ਕਦੀ ਇਹ ਸੋਚਿਆ ਸੀਗਾ ਕਿ ਔਰਤਾਂ ਜੇ ਮੰਨ ਲਓ ਕਿਸਾਨ ਅੰਦੋਲਨ ਲਈ ਆਵਾਜ਼ ਚੱਕਣਗੀਆਂ ਤਾਂ ਉਹਨਾਂ ਨੂੰ ਗੰਦੀਆਂ ਗੱਲਾਂ ਸੁਣਨੀਆਂ ਮਿਲਣਗੀਆਂ। ਰਿਹਾਨਾ ਵਰਗੇ ਜਿਨ੍ਹਾਂ ਨੇ ਕਦੀ ਸ਼ਾਇਦ ਨਾਮ ਨਾ ਸੁਣਿਆ ਹੋਵੇ ਵੀ ਖਾਲਿਸਤਾਨ ਕੀ ਚੀਜ਼ ਆ, ਉਹਨਾਂ ਨੂੰ ਇਹ ਕਹਿ ਦਿੱਤਾ ਜਾਊਗਾ ਕਿ ਇਹਨਾਂ ਨੂੰ $2.5 ਮਿਲੀਅਨ ਜਿਹੜਾ ਦਿੱਤਾ ਗਿਆ ਸਰੀ ਤੋਂ। ਕਹਿਣ ਨੂੰ ਤਾਂ ਕੁਛ ਵੀ ਜਿਹੜੇ ਇੰਡੀਆ ਵਾਲੇ ਉਹ ਕਹਿ ਸਕਦੇ ਆ ਕਿ ਹਾਂ ਜਿਹੜਾ UN ਹੈ ਇਹ ਵੀ ਖਾਲਿਸਤਾਨੀਆਂ ਕੋਲੋਂ ਵਿਕ ਗਿਆ, ਕਿਉਂਕਿ ਹਿਟਲਰ ਵੀ ਤਾਂ ਇਹੀ ਕਹਿੰਦਾ ਸੀਗਾ ਕਿ ਯਹੂਦੀ ਮੈਂ ਮਾਰ ਰਿਹਾ ਆ ਤੇ ਮੇਰਾ ਅੰਦਰੂਨੀ ਮਸਲਾ ਆ। ਜਦੋਂ ਕਿਸੇ ਦਾ ਕਤਲੇਆਮ ਹੋਵੇ, ਜਦੋਂ ਕਿਸੇ ਦੀ ਨਸਲਕੁਸ਼ੀ ਹੋਵੇ, ਜਦੋਂ ਕਿਸੇ ਨਾਲ ਧੱਕੇਸ਼ਾਹੀ ਹੋਵੇ, ਉਹ ਫਿਰ ਅੰਦਰੂਨੀ ਮਸਲੇ ਨਹੀਂ ਰਹਿੰਦੇ। ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਮਨਦੀਪ ਸਿੰਘ ਔਰ ਲੈ ਕੇ ਹਾਜ਼ਰ ਇੱਕ ਵਾਰੀ ਫਿਰ ਇੱਕ ਖਾਸ ਪੇਸ਼ਕਸ਼ ਜਿਸ ਅਸੀਂ ਗੱਲ ਇਹ ਕਰਾਂਗੇ ਕਿ ਵਿਦੇਸ਼ਾਂ ਤੋਂ ਪੰਜਾਬੀ ਜਿਹੜੇ ਆ ਉਹ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ 'ਚ ਕਿਸ ਤਰੀਕੇ ਨਾਲ ਯੋਗਦਾਨ ਪਾ ਰਹੇ ਆ। ਜਿਸ ਦਿਨ ਦਾ ਪੰਜਾਬ 'ਚ ਅੰਦੋਲਨ ਖੜਾ ਹੋਇਆ ਸੀ ਉਸੇ ਦਿਨ ਤੋਂ ਜਿਹੜੇ ਵਿਦੇਸ਼ਾਂ 'ਚ ਵਸਦੇ ਪੰਜਾਬੀ ਨੇ ਇਸ ਅੰਦੋਲਨ ਨਾਲ ਡਟੇ ਹੋਏ ਆ। ਉੱਥੇ ਰੈਲੀਆਂ ਹੋ ਰਹੀਆਂ ਨੇ ਅਤੇ ਹੁਣ ਤਾਂ ਭੁੱਖ ਹੜਤਾਲਾਂ ਤੱਕ ਵੀ ਜਿਹੜੀਆਂ ਉਹ ਹੋਣ ਲੱਗ ਪਈਆਂ ਨੇ। ਤੇ ਕੈਨੇਡਾ ਦੇ ਵਿੱਚ ਵੱਡੀ ਪੱਧਰ ਤੇ ਜਿਹੜੇ ਪੰਜਾਬੀ ਆ ਇਹਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਤੇ ਇਸ ਅੰਦੋਲਨ ਦੇ ਹੱਕ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਕਰਦੇ ਆਏ ਆ ਅਤੇ ਹੋਰ ਵੀ ਕਈ ਤਰੀਕਿਆਂ ਨਾਲ ਇਸ ਅੰਦੋਲਨ ਨਾਲ ਜੁੜਦੇ ਆਏ ਆ। ਸੋ ਇੱਦਾਂ ਦੇ ਇੱਕ ਖਾਸ ਤਰੀਕੇ ਦੀ ਅੱਜ ਗੱਲਬਾਤ ਕਰਾਂਗੇ ਜਿੱਥੇ UN ਨੂੰ ਇਸ ਅੰਦੋਲਨ ਦੇ ਵਿੱਚ ਇਨਵੋਲਵ ਕਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਆ ਤਾਂ ਕਿ ਜਿਹੜਾ ਉੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਜਿਸ ਤਰੀਕੇ ਨਾਲ ਇੰਟਰਨੈਟ ਬੰਦ ਹੋ ਰਿਹਾ, ਸੜਕਾਂ ਦੇ ਵਿੱਚ ਕਿੱਲ ਲਾਏ ਜਾ ਰਹੇ ਨੇ ਅਤੇ ਜਿਸ ਤਰੀਕੇ ਨਾਲ ਬੈਰੀਕੇਡਿੰਗ ਕੀਤੀ ਗਈ ਆ ਉਹਦੀ ਨਿਖੇਧੀ ਹੋ ਰਹੀ ਆ। ਤੇ ਇਸੇ ਮਸਲੇ ਤੇ ਅੱਜ ਅਸੀਂ ਚਰਚਾ ਕਰਾਂਗੇ ਤੇ ਚਰਚਾ ਕਰਨ ਲਈ ਮਿਲਣ ਦਾ ਮੌਜੂਦ ਨੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸੋਤਾ ਜੀ। ਸੋਤਾ ਸਾਹਿਬ, ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਟੀਵੀ ਪੰਜਾਬ ਤੇ। ਡਾਕਟਰ ਸਾਹਿਬ, ਤੁਹਾਨੂੰ ਤੇ ਸਾਰੇ ਹੀ ਦਰਸ਼ਕਾਂ ਨੂੰ ਜੀ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਅੱਛਾ ਸੋਤਾ ਸਾਹਿਬ, ਪਹਿਲਾਂ ਤਾਂ ਇਹੀ ਚਰਚਾ ਕਰ ਲੈਂਦੇ ਆ ਕਿ ਜਿਹੜੀ ਇੱਕ ਤੁਸੀਂ ਨਵੀਂ ਸ਼ੁਰੂ ਕੀਤੀ ਆ ਮੁਹਿੰਮ ਜਿਹਦੇ ਵਿੱਚ ਯੂਨਾਈਟਿਡ ਨੇਸ਼ਨਸ ਨੂੰ ਜਿਹੜੇ ਆ ਉਹ ਚਿੱਠੀਆਂ ਲਿਖੀਆਂ ਜਾਣਗੀਆਂ ਔਰ ਇਹਦੇ ਵਿੱਚ ਕਿਉਂਕਿ ਪਹਿਲਾਂ ਵੀ ਕਾਫੀ ਪਟੀਸ਼ਨਸ ਪਈਆਂ ਸੀ, ਸੋ ਇਹ ਹੁਣ ਇਹਦਾ ਕੀ ਅਸਰ ਪੈ ਸਕਦਾ ਤੇ ਪਹਿਲਿਆਂ ਨਾਲੋਂ ਵੱਖਰੀ ਕਿਵੇਂ ਆ? ਦੇਖੋ, ਪਹਿਲੀ ਤਾਂ ਗੱਲ ਹੈ ਵੀ ਲੋੜ ਕਿਉਂ ਪਈ ਜੀ। ਸੋ ਜਿਹੜੀ ਲੋੜ ਹੈਗੀ ਆ ਕਿ ਅੰਦੋਲਨ ਤਾਂ 70 ਦਿਨਾਂ ਤੋਂ ਤਕਰੀਬਨ ਚੱਲ ਰਿਹਾ ਹੈ ਨਾ, ਪਰ ਹੁਣ ਜਿੱਦਾਂ ਹਾਲਾਤ ਇਹੋ ਜਿਹੇ ਬਣਦੇ ਨਜ਼ਰ ਆ ਰਹੇ ਆ ਕਿ ਸਰਕਾਰ ਧੱਕਾਸ਼ਾਹੀ ਕਰ ਸਕਦੀ ਆ ਉੱਥੇ। ਜਿਸ ਹਿਸਾਬ ਨਾਲ ਬੈਰੀਕੇਡਿੰਗ ਕੀਤੀ ਗਈ ਆ, ਕਿੱਲ ਲਾਏ ਗਏ ਆ, ਨਕੀਲੀਆਂ ਤਾਰਾਂ ਜਿਹੜੀਆਂ ਉੱਥੇ ਲਾਈਆਂ ਗਈਆਂ, ਇੱਥੋਂ ਤੱਕ ਕਿ ਪੱਤਰਕਾਰਾਂ ਨੂੰ ਉੱਥੇ ਕਵਰੇਜ ਕਰਨ ਤੋਂ ਰੋਕਿਆ ਜਾ ਰਿਹਾ ਜਾਣ ਲਈ। ਸੋ ਉਹ ਤੋਂ ਕਿਤੇ ਨਾ ਕਿਤੇ ਡਰ ਲੱਗਦਾ ਵੀ ਕਿਤੇ ਇਹ ਨਾ ਹੋਵੇ ਕਿ ਸਰਕਾਰ ਜਿਹੜੀ ਆ ਉਹ ਰਾਤ ਨੂੰ ਕਿਤੇ ਫੋਰਸਾਂ ਲਿਆ ਕੇ ਤਾਂ ਜਿਹੜੇ ਉੱਥੇ ਬੰਦੇ ਬੈਠੇ ਉਹਨਾਂ ਨੂੰ ਕੁੱਟਮਾਰ ਕਰੇ ਉਹਨਾਂ ਦੀ। ਆਪਾਂ ਦੇਖ ਚੁੱਕੇ ਹਾਂ ਪਹਿਲਾਂ ਸ਼ਹੀਨ ਬਾਗ ਮਾਮਲੇ ਵਿੱਚ ਤੇ ਹੋਰਾਂ ਤਾਂ ਹੀ ਇਹ ਹੋ ਚੁੱਕਿਆ। ਸੋ ਅਜਿਹੇ ਹਾਲਾਤ ਨਾ ਬਣਨ ਤੇ ਇਹਨਾਂ ਹਾਲਾਤਾਂ ਨੂੰ ਰੋਕਣ ਦੇ ਵਾਸਤੇ UN ਇੰਟਰਫੀਅਰ ਕਰੇ, ਇਹ ਦੋ ਗੱਲਾਂ ਹੈਗੀਆਂ ਜੀ। UN ਨੂੰ ਆਪਾਂ ਪਹਿਲਾਂ ਵੀ ਬਹੁਤ ਵਾਰੀ ਪਟੀਸ਼ਨਾਂ ਸਾਈਨ ਕੀਤੀਆਂ ਇਸ ਮਸਲੇ ਦੇ ਉੱਤੇ, ਹੋਰ ਵੀ ਆਪਾਂ ਬੇਨਤੀਆਂ ਕੀਤੀਆਂ ਕਿ ਮਸਲਾ ਜਿਹੜਾ ਸੁਲਝਾਇਆ ਜਾਵੇ, ਪਰ ਹੁਣ ਜਿਹੜੀ ਗੱਲ ਆ ਕੇਵਲ ਤੇ ਕੇਵਲ ਮਨੁੱਖੀ ਅਧਿਕਾਰਾਂ ਦੇ ਮੁੱਦੇ ਦੇ ਉੱਤੇ ਕੇਂਦਰਿਤ ਰੱਖੀ ਗਈ ਆ। ਕਿਉਂਕਿ UN ਬਹੁਤ ਵੱਡਾ, ਉਹਦੇ ਬਹੁਤ ਅੱਡ-ਅੱਡ ਜਿਹੜੇ ਡਿਪਾਰਟਮੈਂਟਸ ਨੇ ਉਹਨਾਂ ਦੇ ਵਿੱਚੋਂ ਇੱਕ ਡਿਪਾਰਟਮੈਂਟ ਜਿਹੜਾ ਆ ਉਹ ਮਨੁੱਖੀ ਅਧਿਕਾਰਾਂ ਸੰਬੰਧੀ ਆ। ਤਾਂ ਉਸ ਮਨੁੱਖੀ ਅਧਿਕਾਰਾਂ ਦੇ ਡਿਪਾਰਟਮੈਂਟ ਵਿੱਚ ਵੀ ਤਕਰੀਬਨ 4000 ਜਿਹੜਾ ਅਧਿਕਾਰੀ ਕੰਮ ਕਰਦਾ ਤੇ ਉਹਨਾਂ ਦੇ ਕੋਲ ਜਦੋਂ ਆਪਾਂ ਕਈ ਈਮੇਲ ਲਿਖਦੇ ਆ ਜਾਂ ਜਨੈਰਿਕ ਪਟੀਸ਼ਨ ਭੇਜਦੇ ਆ, ਉਹ ਕਈ ਵਾਰੀ ਤਾਂ ਇੱਦਾਂ ਹੁੰਦੀ ਹੈ ਕਿ ਜਦੋਂ ਜਨਰਲ ਈਮੇਲ ਦਿੱਤੇ ਜਾਂਦੀ ਹੈ ਕਿ ਸ਼ਾਇਦ ਪਤਾ ਵੀ ਨਹੀਂ ਉਹ ਪੜ੍ਹਦੇ ਆ ਕਿ ਨਹੀਂ, ਜਾਂ ਉਹ ਪੜ੍ਹਨ ਦਾ ਇੰਨੀਆਂ ਈਮੇਲਾਂ ਉਹਨਾਂ ਕੋਲ ਆਉਂਦੀਆਂ ਹੋਣੀਆਂ ਵੀ ਸਮਾਂ ਵੀ ਹੁੰਦਾ ਕਿ ਨਹੀਂ। ਪਰ ਹੁਣ ਕੁਝ ਲੋਕ ਜਿਹੜੇ UN ਦੇ ਵਿੱਚ ਰਿਸਪੋਂਸੀਬਲ ਆ, ਉਹ ਜਿਹੜੇ ਕਿ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਜਿਹੜੀ ਆ ਉਸ ਡਿਪਾਰਟਮੈਂਟ ਦੇ ਵਿੱਚ ਬੈਠੇ ਸੁਣਦੇ ਆ, ਉਹਨਾਂ ਦੀਆਂ ਈਮੇਲਸ ਜਿਹੜੀਆਂ ਲੱਭੀਆਂ ਗਈਆਂ, ਕਿਉਂਕਿ ਜਿਹੜੇ UN ਦੇ ਵੱਡੇ ਅਧਿਕਾਰੀ ਉਹਨਾਂ ਦੀਆਂ ਜਿਹੜੀਆਂ ਈਮੇਲਸ ਆ ਉਹ ਪਬਲਿਕ ਹੈ ਨਹੀਂ ਗੀਆਂ। ਸੋ ਉਹ ਜਿਹੜੀਆਂ ਹੁਣ ਈਮੇਲਸ ਆ ਪਬਲਿਕਲੀ ਲੱਭੀਆਂ ਗਈਆਂ ਆ, ਉਹ ਪਬਲਿਕਲੀ ਲੱਭ ਕੇ ਉਹਨਾਂ ਤੱਕ ਸਿੱਧੀ 6 ਜਣਿਆਂ ਤੱਕ 7 ਜਣਿਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਉਹ ਤੁਰੰਤ ਇੰਟਰਫੇਅਰ ਕਰਕੇ ਜਿਹੜਾ ਖਤਰਾ ਬਣਿਆ ਹੋਇਆ ਕਿ ਭਾਰਤ ਸਰਕਾਰ ਜਿਹੜਾ ਕਿਤੇ ਅਟੈਕ ਨਾ ਕਰ ਦੇਵੇ ਉਸ ਮੋਰਚੇ ਦੇ ਉੱਤੇ। ਕਿਉਂਕਿ ਗਾਜ਼ੀਪੁਰ, ਸਿੰਘੂ ਤੇ ਟਿਕਰੀ ਤਿੰਨਾਂ ਥਾਂ ਦੇ ਉੱਤੇ ਫੌਜ ਵੀ ਕਾਫੀ ਜਿੱਦਾਂ ਜਿਹੜੀ ਪੈਰਾਮਿਲਟਰੀ ਫੋਰਸਿਸ ਲਾਈ ਹੋਈ ਹੈ, ਦਿੱਲੀ ਪੁਲਿਸ ਉੱਤੇ ਹੈਗੀ ਆ। ਤੇ ਆਪਾਂ ਬੀਤੇ ਵਿੱਚ ਇਹ ਵੀ ਦੇਖਿਆ ਕਿ ਉੱਥੇ ਸੰਘੀ ਜਿਹੜੇ ਗੁੰਡੇ ਆ ਉਹ ਵੀ ਫਿਰ ਨਾਲ ਰਲ ਜਾਂਦੇ ਆ। ਸ਼ਹੀਨ ਬਾਗ ਦੇ ਵਿੱਚ ਵੀ ਆਪਾਂ ਦੇਖਿਆ ਕਿ ਨਕਲੀ ਪੁਲਿਸ ਦੀਆਂ ਵਰਦੀਆਂ ਪਾ ਕੇ ਵੀ ਲੋਕ ਜਿਹੜੇ ਆ ਉਹ ਹਮਲਾਵਰ ਬਣੇ ਸੀਗੇ। ਸੋ ਇਹਨਾਂ ਕਰਕੇ ਜਿਹੜੀਆਂ ਇਹਨਾਂ ਤੱਕ ਲੋਕਾਂ ਤੱਕ ਪਹੁੰਚ ਕੀਤੀ ਗਈ ਆ। ਸੋ ਅੱਗੇ ਕੀ ਹੁੰਦਾ ਕਿ ਜਿਹੜੀ ਪਟੀਸ਼ਨ ਭੇਜੀ ਜਾਂਦੀ ਆ ਉਹ ਜਰਨਲਾਈਜ਼ ਕਰਕੇ ਭੇਜ ਦਿੱਤੀ ਜਾਂਦੀ ਆ, ਉਹਦੇ ਉੱਤੇ ਉਹ ਅਸਰ ਕਰਨ ਜਾਂ ਨਾ ਕਰਨ ਕਈ ਵਾਰੀ ਹੁੰਦਾ ਨਹੀਂ। ਪਰ ਇਹ ਜਿਹੜੀਆਂ ਲੱਭੀਆਂ ਗਈਆਂ ਈਮੇਲਸ ਉਹ ਮੁੱਖ ਅਧਿਕਾਰੀ ਆ ਜਿਹਨਾਂ ਤੱਕ ਸਿੱਧੀ ਈਮੇਲ ਜਾਊਗੀ, ਸੋ ਇਹ ਪੜ੍ਹਨਗੇ। ਸੋ ਜੇ ਇਹਦੇ ਉੱਤੇ ਚਿੱਠੀ ਇਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਪ੍ਰੋਫੈਸ਼ਨਲੀ ਸਿਰਫ ਮਨੁੱਖੀ ਅਧਿਕਾਰਾਂ ਦੀ ਗੱਲ ਜਿਹੜੀ ਆ ਉਹ ਲਿਖੀ ਜਾਵੇ ਕਿ ਸਾਨੂੰ ਡਰ ਆ ਕਿ ਉੱਥੇ ਜਿਹੜਾ ਤੁਸੀਂ ਦੇਖੋ ਕਿ ਖਤਰਾ ਆ, ਕਿਉਂਕਿ
ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਜਿਹੜੀ ਉਹ ਵੀ ਇਹ ਕਹਿੰਦੀ ਹੈ ਕਿ ਲੋਕਾਂ ਨੂੰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਆ, ਲੋਕਾਂ ਨੂੰ ਇਕੱਠੇ ਹੋਣ ਦਾ ਹੱਕ ਆ, ਲੋਕਾਂ ਨੂੰ ਆਪਣੀ ਆਵਾਜ਼ ਚੁੱਕਣ ਦਾ ਜਿਹੜਾ ਹੱਕ ਆ। ਪਰ ਇਸ ਦੇ ਬਾਵਜੂਦ ਜਿਹੜਾ ਦੇਖ ਲਓ ਕਿ ਉੱਥੇ ਇੰਟਰਨੈਟ ਬੰਦ ਕਰ ਦਿੱਤਾ ਗਿਆ, ਬਿਜਲੀ ਪਾਣੀ ਜਿਹੜਾ ਉਹ ਬੰਦ ਕਰ ਦਿੱਤਾ ਗਿਆ, ਇਹ ਸਿੱਧਮ ਸਿੱਧੀ ਲੰਘਣਾ ਆ। ਹਾਲਾਂਕਿ ਬਹੁਤ ਸਾਰੇ ਲੋਕ ਜਿਹੜੇ ਵੀ ਸੋਚਦੇ ਕਿ ਯੂਐਨ ਨੇ ਕੀ ਕਰਨਾ ਵਿੱਚ ਇਹਦੇ, ਪਰ ਗੱਲ ਇਹ ਹੈ ਕਿ ਹੁਣ ਜਦੋਂ ਸਾਡੇ ਕੋਲ ਇੱਕ ਜਥੇਬੰਦੀ ਇੱਕ ਹੈ, ਅਸੀਂ ਤਾਂ ਉਹਦੇ ਕੋਲ ਪੰਚਾਇਤ ਕੋਲੇ ਜਾ ਸਕਦੇ ਹਾਂ। ਪੰਚਾਇਤ ਨੇ ਇਨਸਾਫ ਦੇਣਾ ਜਾਂ ਨਹੀਂ ਦੇਣਾ, ਉਹ ਪੰਚਾਇਤ ਦਾ ਫਰਜ਼ ਹੈ, ਉਹਨਾਂ ਦੀ ਜ਼ਿੰਮੇਵਾਰੀ ਆ, ਉਸ ਹਿਸਾਬ ਉਹ ਦੇਖਣਗੇ। ਪਰ ਜਿਹੜੀ ਸਾਡੇ ਕਰਨ ਵਾਲਾ ਕੰਮ ਹੈ, ਅਸੀਂ ਪਹੁੰਚ ਤਾਂ ਜ਼ਰੂਰ ਕਰੀਏ। ਜੇ ਜਿਹੜਾ ਇਨਸਾਫ ਮੰਗਣ ਵਾਲਾ ਬੰਦਾ ਇਹ ਸੋਚ ਕੇ ਪੰਚਾਇਤ ਕੋਲ ਜਾਵੇ ਨਾ ਕਿ ਪਤਾ ਨਹੀਂ ਮੈਨੂੰ ਇਨਸਾਫ ਮਿਲਣਾ ਕਿ ਨਹੀਂ, ਫਿਰ ਤਾਂ ਇਨਸਾਫ ਬਿਲਕੁਲ ਹੀ ਨਹੀਂ ਮਿਲਣਾ। ਅਸੀਂ ਜੀ ਆਪਣੇ ਵੱਲੋਂ ਜ਼ੋਰ ਲਾ ਦਈਏ ਪੂਰਾ, ਉਸ ਤੋਂ ਬਾਅਦ ਸ਼ਾਇਦ ਜਿਹੜੇ ਕੁੰਭਕਰਨੀ ਨੀਂਦ ਸੁੱਤੇ ਪਏ ਅਧਿਕਾਰੀ ਉਹਨਾਂ ਦੀ ਜਾਗ ਖੁੱਲ੍ਹ ਜਾਵੇ। ਜੀ ਬਿਲਕੁਲ, ਇਨਸਾਫ ਲੈਣ ਦੀ ਗੁਹਾਰ ਜ਼ਰੂਰ ਲਾਉਣੀ ਚਾਹੀਦੀ ਹੈ। ਪਰ ਸੋਤਾ ਸਾਹਿਬ, ਸਵਾਲ ਇੱਥੇ ਇਹ ਵੀ ਹੈ ਕਿ ਜਿਸ ਤਰੀਕੇ ਨਾਲ ਇਸ ਅੰਦੋਲਨ ਦੀ ਚਰਚਾ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੀ ਹੈ, ਜਿਸ ਤਰੀਕੇ ਨਾਲ ਵੱਡੀਆਂ ਵੱਡੀਆਂ ਹਸਤੀਆਂ ਔਰ ਖਾਸ ਕਰਕੇ ਜਿਸ ਤਰੀਕੇ ਨਾਲ ਹਰਿਆਣਾ ਦੇ ਟਵੀਟ ਤੋਂ ਬਾਅਦ ਜਿਸ ਤਰੀਕੇ ਦੀ ਚਰਚਾ ਛਿੜੀ ਹੈ, ਤਾਂ ਲੱਗਦਾ ਕਿ ਅੰਤਰਰਾਸ਼ਟਰੀ ਦਬਾਅ ਦੇ ਚੱਲਦਿਆਂ ਇਸ ਤਰੀਕੇ ਦੀ ਕਾਰਵਾਈ ਹੱਲੇ ਵੀ ਹੋ ਸਕਦੀ ਹੈ ਉੱਥੇ? ਦੇਖੋ ਟੋਟ ਸਾਹਿਬ, ਇੱਦਾਂ ਆ ਕਿ ਇਹ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਪਹਿਲਾ ਅਜਿਹਾ ਅੰਦੋਲਨ ਦੇਖ ਰਿਹਾ ਆ ਜਿਹੜਾ ਕਿ ਏਡੇ ਵੱਡੀ ਪੱਧਰ ਦੇ ਉੱਤੇ ਹੈਗਾ। ਸੋ ਜਿਵੇਂ ਆਪਾਂ ਦੇਖਿਆ ਬੀਤੇ ਦੇ ਵਿੱਚ ਕਿ ਜਿਹੜੀ ਮੋਦੀ ਸਰਕਾਰ ਆ, ਉਹਨਾਂ ਦਾ ਇੱਕ ਟਰੈਕ ਰੈਕਡ ਆ ਕਿ ਉਹ ਜਿਹੜੀ ਗੱਲ ਕਰ ਲੈਂਦੇ ਉਹ ਤੋਂ ਪਿੱਛੇ ਨਹੀਂ ਹਟਦੇ। ਸੋ ਉਹਨਾਂ ਦੇ ਇੱਕ ਗਿਣੇ ਚਿਣਵੇਂ ਜਿਹੜੇ ਸਾਮ ਦਾਮ ਦੰਡ ਭੇਦ ਤਰੀਕੇ ਜਿਹੜੇ ਆ ਵਰਤੇ ਜਾਂਦੇ ਆ ਕਿਸੇ ਵੀ ਅੰਦੋਲਨ ਨੂੰ ਫੇਲ ਕਰਨ ਦੇ ਵਾਸਤੇ। ਉਹ ਜਿਹੜੇ ਚਾਹੇ ਸੀਏ ਸੰਬੰਧੀ ਜਿਹੜਾ ਸੀਗਾ ਅੰਦੋਲਨ ਸੀਗਾ, ਜਾਂ ਕਸ਼ਮੀਰ ਸੰਬੰਧੀ ਅੰਦੋਲਨ ਸੀਗਾ, ਜਾਂ ਸ਼ਹੀਨ ਬਾਗ ਮੋਰਚਾ ਸੀਗਾ, ਉਹਨੂੰ ਫੇਲ ਕਰਨ ਦੇ ਵਾਸਤੇ ਜੋ ਜੋ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਸਕਦੇ ਸੀਗੇ ਪਹਿਲਾਂ, ਉਹ ਇਸ ਕਿਸਾਨ ਅੰਦੋਲਨ ਸੰਬੰਧੀ ਕਰ ਚੁੱਕੇ ਆ। ਤੇ ਉਹਨਾਂ ਅੰਦੋਲਨਾਂ ਨੂੰ ਐਂਡ ਦੇ ਉੱਤੇ ਜਾ ਕੇ ਜਿਸ ਤਰ੍ਹਾਂ ਨਿਪੀੜਿਆ ਗਿਆ ਸੀਗਾ, ਇਸ ਕਰਕੇ ਸ਼ੰਕਾ ਹੈਗਾ ਆ ਕਿ ਉਹ ਕਰ ਸਕਦੇ ਆ। ਉਦੋਂ ਵੀ ਤੁਹਾਨੂੰ ਪਤਾ ਕਿ ਪੂਰੀ ਜਦੋਂ ਕਸ਼ਮੀਰ ਦੇ ਵਿੱਚ ਧੱਕੇਸ਼ਾਹੀ ਹੋਈ ਆ, ਇੰਨੇ ਦਿਨ ਕਸ਼ਮੀਰੀ ਜਿਹੜੇ ਆ ਘਰਾਂ ਦੇ ਵਿੱਚੋਂ ਨਿਕਲ ਨਹੀਂ ਦਿੱਤੇ, ਉਦੋਂ ਵੀ ਦੁਨੀਆ ਦੇ ਵਿੱਚ ਬਹੁਤ ਰੌਲਾ ਪਿਆ ਸੀ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਦੋਂ ਵੀ ਗੱਲਾਂ ਹੋਈਆਂ ਸੀਗੀਆਂ। ਗੁਆਂਢੀ ਮੁਲਕ ਪਾਕਿਸਤਾਨ ਨੇ ਉਦੋਂ ਵੀ ਪਾ ਕੇ ਯੂਐਨ ਦੇ ਵਿੱਚ ਬਹੁਤ ਰੌਲਾ ਪਾਇਆ ਸੀਗਾ, ਪਰ ਉਹਨਾਂ ਨੇ ਫਿਰ ਵੀ ਜਿਹੜੀਆਂ ਗੱਲਾਂ ਅਣਗੌਲੀਆਂ ਸੀਗੀਆਂ। ਸੋ ਕਿਤੇ ਨਾ ਕਿਤੇ ਟਰੈਕ ਰੈਕਡ ਕਰਕੇ ਲੱਗਦਾ ਕਿ ਬੇਸ਼ੱਕ ਅੰਤਰਰਾਸ਼ਟਰੀ ਦਬਾਅ ਬਹੁਤ ਆ, ਐਤਕੀ ਬਹੁਤ ਵੱਡੇ ਵੱਡੇ ਜਿਹੜੇ ਕਲਾਕਾਰ ਨੇ, ਸ਼ਖਸੀਅਤਾਂ ਨੇ, ਉਹ ਇਸ ਮੋਰਚੇ ਦੇ ਹੱਕ ਵਿੱਚ ਆ। ਤੇ ਦੂਜਾ, ਇਹ ਮੋਰਚਾ ਜਿਹੜਾ ਕਿਸੇ ਧਰਮ ਨਾਲ ਨਹੀਂ ਜੁੜਿਆ ਹੋਇਆ, ਇਹ ਲੋਕਾਂ ਦੇ ਨਾਲ, ਕਿਸਾਨਾਂ ਦੇ ਨਾਲ ਜਿਹੜਾ ਜੁੜਿਆ ਹੋਇਆ। ਕਿਸਾਨਾਂ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਵਾਕਈ ਬਹੁਤ ਜੁੜੀਆਂ ਹੋਈਆਂ, ਹਮਦਰਦੀ ਰੱਖਦੇ ਆ ਲੋਕ ਆਮ ਤੌਰ ਦੇ ਉੱਤੇ ਉਹਨਾਂ ਲਈ। ਪਰ ਫਿਰ ਵੀ ਇੱਕ ਡਰ ਹੈਗਾ ਕਿ ਕਿਉਂਕਿ ਮੋਦੀ ਸਰਕਾਰ ਜਿਹੜੀ ਆ ਉਹ ਨਵੀਆਂ ਤੋਂ ਨਵੀਆਂ ਪਿਰਤਾਂ ਪਾਉਂਦੀ ਚਲੀ ਆ ਰਹੀ ਆ। ਸੋ ਇਸ ਵਾਸਤੇ ਇਹਨਾਂ ਤੋਂ ਇਹ ਆਸ ਰੱਖਣੀ ਜਿਹੜੀ ਆ ਉਹ ਹੈਗੀ ਆ ਵੀ ਕਰ ਸਕਦੇ ਆ, ਇੱਦਾਂ ਵੀ ਧੱਕਾ ਕਰ ਸਕਦੇ। ਜੀ, ਤੇ ਸੋਤੋ ਸਾਹਿਬ, ਜਿਹੜੀਆਂ ਤੁਸੀਂ ਈਮੇਲਸ ਸਾਂਝੀਆਂ ਕੀਤੀਆਂ ਨੇ, ਅਸੀਂ ਉੱਥੇ ਸਕਰੀਨ ਤੇ ਦਿਖਾ ਰਹੇ ਹਾਂ ਦਰਸ਼ਕਾਂ ਨੂੰ। ਇਹਦੇ ਵਿੱਚ ਜਿਹੜੀਆਂ 5-6 ਈਮੇਲਸ ਆ, ਕਿ ਇਕੱਲੇ ਜਿਹੜੀ ਇੱਕ ਈਮੇਲ ਇੱਕ ਵਿਅਕਤੀ ਵੱਲੋਂ ਭੇਜੀ ਜਾਵੇਗੀ ਕਿ ਉਹ ਇਹਨਾਂ 6 ਨੂੰ ਹੀ ਜਾਣੀ ਆ, ਜਾਂ ਕੋਈ ਇੱਕ ਇੱਕ ਨੂੰ ਕਿਸੇ ਨੂੰ ਵੀ ਭੇਜ ਸਕਦਾ? ਨਹੀਂ, ਜਿਹੜੇ ਮੁੱਖ ਤੌਰ ਦੇ ਉੱਤੇ ਜਿਹੜੀ ਪਹਿਲੀ ਈਮੇਲ ਹੈਗੀ ਆ ਉਹ ਟੂ ਜਿਹੜੀ ਉਹਨਾਂ ਨੂੰ ਜਾਵੇ। ਬਾਕੀ ਜਿਹੜੇ ਉਹਨਾਂ ਦੇ ਨਾਲ ਥੱਲੇ ਕਰਨ ਵਾਲੇ ਅਧਿਕਾਰੀ ਆ ਕੰਮ, ਉਹਨਾਂ ਨੂੰ ਸੀਸੀ ਕੀਤਾ ਜਾਵੇ। ਸੋ ਜਿੰਨੀਆਂ ਵੀ ਈਮੇਲਸ ਇਹ ਦਿੱਤੀਆਂ ਸਾਰੀਆਂ ਨੂੰ ਹੀ ਇੱਕੋ ਈਮੇਲ ਦੇ ਵਿੱਚ ਈਮੇਲ ਹੋਣੀ ਜ਼ਰੂਰੀ ਹੈ। ਜਿਹੜੀ ਮੁੱਖ ਈਮੇਲ ਹੈ ਉਹਨੂੰ ਟੂ ਦੇ ਵਿੱਚ ਤੇ ਬਾਕੀਆਂ ਨੂੰ ਸੀਸੀ ਦੇ ਵਿੱਚ ਕਰਕੇ ਭੇਜਿਆ ਜਾਵੇ, ਤਾਂ ਕਿ ਕੱਲ ਨੂੰ ਇਹ ਨਾ ਕਹਿ ਸਕਣ ਅਧਿਕਾਰੀ ਕਿ ਸਾਨੂੰ ਮਿਲੀ ਨਹੀਂ। ਕਿਉਂਕਿ ਅਸੀਂ ਇਸ ਹਿਸਾਬ ਦੇ ਨਾਲ ਸਾਰੇ ਇਹ ਐਡਰੈਸ ਲੱਭੇ ਆ ਕਿ ਇਹ ਸਾਰੇ ਉਸ ਕੰਮ ਲਈ ਜ਼ਿੰਮੇਵਾਰ ਆ। ਤੇ ਕੱਲ ਨੂੰ ਜੇ ਕੋਈ ਇੱਥੇ ਧੱਕੇਸ਼ਾਹੀ ਹੁੰਦੀ ਆ ਤਾਂ ਅਸੀਂ ਇਹਨਾਂ ਤੋਂ ਵੀ ਜਵਾਬਦੇਹੀ ਜੇ ਲੈਣੀ ਆ। ਸਾਡੇ ਕੋਲ ਰਿਟਨ ਸਬੂਤ ਹੋਣਗੇ ਕਿ ਅਸੀਂ ਇਹਨਾਂ ਨੂੰ ਸੈਂਕੜੇ ਈਮੇਲਸ ਜਿਹੜੀਆਂ ਪਹਿਲਾਂ ਕਰਕੇ ਦੱਸਿਆ ਸੀਗਾ ਕਿ ਆਹ ਉੱਥੇ ਕੁਝ ਹੋ ਸਕਦਾ ਹੈ, ਤੁਹਾਨੂੰ ਤੁਰੰਤ ਇੰਟਰਵੈਂਸ਼ਨ ਕਰਨ ਦੀ ਲੋੜ ਆ। ਤੇ ਇਹ ਦੇਖਿਆ ਦੁਨੀਆ ਦੇ ਵਿੱਚ ਅੱਡ-ਅੱਡ ਥਾਂ ਦੇ ਉੱਤੇ ਯੂਐਨ ਨੇ ਇਸ ਤਰ੍ਹਾਂ ਇੰਟਰਵੈਂਸ਼ਨ ਕੀਤੀ ਆ। ਸੋ ਜੇ ਕੱਲ ਨੂੰ ਕੋਈ ਇਹੋ ਜਿਹੀ ਹਬੀ ਨਵੀ ਹੁੰਦੀ ਆ ਤਾਂ ਅਸੀਂ ਇਹਨਾਂ ਨੂੰ ਵੀ ਜਵਾਬਦੇਹ ਬਣਾਉਣ ਜੋਗੇ ਹੋਵਾਂਗੇ। ਇਸ ਕਰਕੇ ਇੱਕੋ ਈਮੇਲ ਦੇ ਉੱਤੇ ਸਾਰਿਆਂ ਨੂੰ ਜਿਹੜੀ ਆ ਈਮੇਲ ਕਰਨੀ ਜ਼ਰੂਰੀ ਹੈ ਜੀ। ਵੈਸੇ ਇਸ ਅੰਦੋਲਨ ਦੇ ਵਿੱਚ ਸੋਤਾ ਸਾਹਿਬ ਇਹ ਵੀ ਇੱਕ ਬਹੁਤ ਅਹਿਮ ਪੱਖ ਰਿਹਾ ਕਿ ਜਿਸ ਤਰੀਕੇ ਨਾਲ ਆਨਲਾਈਨ ਉੱਤੇ ਜਿਹੜਾ ਵਾ ਇੰਟਰਨੈਟ ਉੱਤੇ ਅੰਦੋਲਨ ਲੜਿਆ ਗਿਆ, ਵੱਖ-ਵੱਖ ਸੋਸ਼ਲ ਸਾਈਟਾਂ ਉੱਤੇ, ਖਾਸ ਕਰਕੇ ਟਵਿੱਟਰ ਉੱਤੇ। ਹੁਣ ਜਿਹੜਾ ਇਹ ਈਮੇਲ ਆ, ਕੀ ਉਮੀਦ ਹੈ ਕਿ ਕਿੰਨਾ ਕੁ ਜ਼ਿਆਦਾ ਇਹਨੂੰ ਭਰਮਾ ਹੁੰਗਾਰਾ ਮਿਲ ਸਕਦਾ ਆ? ਤੇ ਇੱਕ ਇਹ ਵੀ ਸਪਸ਼ਟ ਕਰ ਦਿਓ ਕਿ ਵੀ ਹਰੇਕ ਮੁਲਕ ਦੇ ਲੋਕ, ਪੰਜਾਬ ਭਾਰਤ 'ਚ ਬੈਠੇ ਲੋਕ ਵੀ ਇਹਨੂੰ ਤਰੀਕੇ ਨੂੰ ਅਪਣਾ ਸਕਦੇ ਆ? ਬਿਲਕੁਲ ਜੀ। ਇੱਥੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਵੀ ਕੋਈ ਵੀ ਪ੍ਰੋਫੈਸ਼ਨਲ ਜਿਹਨੂੰ ਲਿਖਣੀ ਆਉਂਦੀ ਹੈ ਅੰਗਰੇਜ਼ੀ ਹਿਊਮਨ ਰਾਈਟਸ ਦੇ ਉੱਤੇ ਲਿਖ ਸਕਦਾ, ਮੋਰਚੇ ਦਾ ਵਰਣਨ ਕਰ ਸਕਦਾ, ਉਹ ਲਿਖੇ। ਕਿਤੇੋਂ ਵੀ ਕਿਤੇ ਵੀ ਮੁਲਕ ਵਿੱਚ ਬੈਠਾ ਹੋਵੇ, ਕਿਸੇ ਸ਼ਹਿਰ 'ਚ ਬੈਠਾ ਹੋਵੇ, ਆਪ ਨਹੀਂ ਲਿਖ ਸਕਦਾ, ਉਹਦਾ ਕੋਈ ਸਾਥੀ ਉਹਨੂੰ ਵਧੀਆ ਅੰਗਰੇਜ਼ੀ ਆਉਂਦੀ, ਉਹ ਤੋਂ ਲਿਖਾਓ। ਬੱਚਿਆਂ ਤੋਂ ਲਿਖਾ ਸਕਦੇ ਹਾਂ, ਛੋਟੀ ਲਿਖ ਸਕਦੇ ਹਾਂ ਗੱਲ, ਵੱਡੀ ਲਿਖ ਸਕਦੇ ਹਾਂ। ਜੋ ਵੀ ਤੁਹਾਡੇ ਦਿਲ ਦੇ ਵਲਵਲੇ ਆ ਸਾਂਝੇ ਕਰੋ। ਬਾਕੀ ਟੋਟ ਸਾਹਿਬ, ਜਦੋਂ ਪੰਜਾਬੀ ਟਵਿੱਟਰ ਦੇ ਉੱਤੇ ਨਹੀਂ ਸੀਗੇ ਤਾਂ ਟਵਿੱਟਰ ਇੱਕ ਸਾਡੇ ਲਈ ਬਹੁਤ ਵੱਡਾ ਹਊਆ ਸੀਗਾ।
ਜੀ ਤੁਹਾਨੂੰ ਯਾਦ ਆ ਕਿ ਫੇਸਬੁੱਕ ਦੇ ਉੱਤੇ ਜ਼ਿਆਦਾ ਲੋਕ ਜਿਹੜੇ ਆ ਸਰਗਰਮ ਹੁੰਦੇ ਸੀਗੇ, ਟਵਿੱਟਰ ਵੱਲ ਨੂੰ ਜੇ ਕਿਸੇ ਨੂੰ ਕਹਿਣਾ ਵੀ ਚੱਲ ਜਾਓ ਤਾਂ ਘੋਲ ਮੰਨਦੇ ਸੀਗੇ। ਤੇ ਜੀ ਪਿਛਲੇ 2-3 ਮਹੀਨਿਆਂ ਦੇ ਵਿੱਚ ਇੰਨੇ ਕੁ ਲੋਕ ਟਵਿੱਟਰ ਦੇ ਉੱਤੇ ਐਕਟਿਵ ਹੋਏ ਆ ਕਿ ਹੁਣ ਜਦੋਂ ਹੈਸ਼ਟੈਗ ਦਿੱਤਾ ਜਾਂਦਾ ਹੈ ਡੇਲੀ ਕਿਸਾਨ ਏਕਤਾ ਮੋਰਚੇ ਵੱਲੋਂ, ਤਾਂ 1 ਘੰਟੇ ਵਿੱਚ 30,000 ਟਵੀਟ ਹੋ ਜਾਂਦੇ ਆ। ਸੋ ਉਹ ਰੋਜ਼ ਜਿਹੜੇ ਹੈਸ਼ਟੈਗ ਆ ਟ੍ਰੈਂਡਿੰਗ ਹੋ ਰਹੇ ਆ। ਇਹ ਉਹਨਾਂ ਹੈਸ਼ਟੈਗਸ ਦੀ, ਉਹਨਾਂ ਟਵਿੱਟਰ ਯੂਜ਼ਰਸ ਦੀ ਬਦੌਲਤ ਆ ਕਿ ਅੱਜ ਰਿਹਾਨਾ ਬੋਲ ਰਹੀ ਆ, ਗ੍ਰੇਟਾ ਥਨਬਰਗ ਬੋਲ ਰਹੀ ਆ, ਜੀ ਮੀਨਾ ਹੈਰਿਸ ਬੋਲ ਰਹੀ ਆ, ਤੇ ਹੋਰ ਲੋਕ ਜਿਹੜੇ ਆ ਖਿਡਾਰੀ ਬੋਲ ਰਹੇ ਆ। ਸੋ ਇਹ ਕਦੀ ਵੀ ਆਪਣੀ ਤਾਕਤ ਨੂੰ ਛੋਟਾ ਨਾ ਸਮਝੋ। ਕਈ ਵਾਰੀ ਅਸੀਂ ਇਹ ਕਹਿੰਦੇ ਵੀ ਸਾਡੇ ਲਿਖਣ ਬੋਲਣ ਨਾਲ ਕੀ ਹੋਣ ਲੱਗਾ, ਮੇਰੀ ਇੱਕ ਕੀਤੀ ਹੋਈ ਈਮੇਲ ਨਾਲ ਕੀ ਹੋਣ ਲੱਗਾ। ਅਸੀਂ ਆਪਣਾ ਫਰਜ਼ ਨਿਭਾ ਦਈਏ ਕਿ ਅਸੀਂ ਆਪਣੀ ਈਮੇਲ ਕਰ ਦਈਏ, ਇਹ ਨਾ ਸੋਚੀਏ ਕਿ ਕਿਸੇ ਹੋਰ ਨੇ ਕਰੇ ਦੇਣੀ ਆ। ਜਿੰਨੀਆਂ ਵੱਧ ਈਮੇਲਸ ਜਾਣਗੀਆਂ ਉੱਥੇ ਉਹਨਾਂ 'ਤੇ ਪ੍ਰੈਸ਼ਰ ਬਿਲਡ ਹੋਊਗਾ। ਜੇ ਅੱਜ ਦੁਨੀਆ ਬੋਲਣ ਲੱਗੀ ਆ ਤਾਂ ਹਿਊਮਨ ਰਾਈਟਸ ਵਾਸਤੇ ਯੂਨਾਈਟਿਡ ਨੇਸ਼ਨਸ ਨੂੰ ਵੀ ਜ਼ਰੂਰ ਬੋਲਣਾ ਪਊਗਾ। ਜੀ ਤੇ ਇੱਕ ਕਿਉਂਕਿ ਸੋਤਾ ਸਾਹਿਬ ਤੁਸੀਂ ਪੱਤਰਕਾਰ ਹੋ, ਜਿਹੜੀਆਂ ਜ਼ਮੀਨੀ ਸਥਿਤੀਆਂ ਉਹ ਵੀ ਵਾਚਦੇ ਹੋ, ਜਿਸ ਤਰੀਕੇ ਨਾਲ ਰੈਲੀਆਂ ਹੋ ਰਹੀਆਂ ਨੇ ਕੈਨੇਡਾ ਦੇ ਵਿੱਚ, ਖਾਸ ਕਰਕੇ ਸਰੀ ਦੇ ਵਿੱਚ, ਔਰ ਹੁਣ ਕੱਲ੍ਹ ਨੂੰ ਸੁਣਿਆ ਕਿ ਸ਼ਾਇਦ ਭੁੱਖ ਹੜਤਾਲ ਦਾ ਪ੍ਰੋਗਰਾਮ ਵੀ ਬਣਾਇਆ ਜਾ ਰਿਹਾ। ਸੋ ਇਹ ਜਿਹੜੇ ਰੋਸ ਮੁਜ਼ਾਹਰੇ ਹੋ ਰਹੇ ਆ ਇਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ, ਤੇ ਇਹਨਾਂ ਦਾ ਇਸ ਅੰਦੋਲਨ ਦੇ ਵਿੱਚ ਜਾਂ ਅੰਤਰਰਾਸ਼ਟਰੀ ਪੱਧਰ ਉੱਤੇ ਜਿਹੜੀ ਆਵਾਜ਼ ਬਣੀ ਆ ਉਹਦੇ ਵਿੱਚ ਕਿੰਨਾ ਕੁ ਰੋਲ ਆ? ਦੇਖੋ, ਇਹ ਜਿਹੜਾ ਅੰਦੋਲਨ ਹੈਗਾ ਬੇਸ਼ੱਕ ਲੱਗਾ ਦਿੱਲੀ ਦੇ ਵਿੱਚ ਅੱਡ-ਅੱਡ ਬਾਰਡਰਾਂ ਦੇ ਉੱਤੇ ਆ, ਪਰ ਇਹਦੀ ਜਿਹੜੀ ਪਾਵਰ ਹੈਗੀ ਆ ਉਹ ਪੂਰੀ ਦੁਨੀਆ ਦੇ ਵਿੱਚ ਵੰਡੀ ਹੋਈ ਆ। ਇਹਨੂੰ ਜਿਹੜੀ ਮਾਇਕ ਮਦਦ ਮਿਲ ਰਹੀ ਆ ਉਹਦੇ ਵਿੱਚ ਵੀ ਪੂਰੀ ਦੁਨੀਆ ਯੋਗਦਾਨ ਪਾ ਰਹੀ ਆ। ਇਹਨਾਂ ਨੂੰ ਜਿਹੜਾ ਵੱਡੇ ਤੌਰ 'ਤੇ ਫੈਲਾਇਆ ਜਾ ਰਿਹਾ ਆ ਸੋਸ਼ਲ ਮੀਡੀਆ ਰਾਹੀਂ, ਉਹਦੇ ਵਿੱਚ ਵੀ ਪੂਰੀ ਦੁਨੀਆ ਜਿਹੜੀ ਯੋਗਦਾਨ ਪਾ ਰਹੀ ਆ। ਬਾਕੀ ਜਿੰਨੇ ਵੀ ਲੋਕ ਬਾਹਰ ਬੈਠੇ ਆ, ਆਪਾਂ ਆਪਣੇ ਜਿਹੜੇ ਰਿਸ਼ਤੇਦਾਰ ਨੇ, ਸਾਡੇ ਪਰਿਵਾਰਕ ਜੀ ਨੇ, ਉਹਨਾਂ ਵਿੱਚੋਂ ਕੋਈ ਨਾ ਕੋਈ ਜਿਹੜਾ ਮੋਰਚੇ 'ਤੇ ਬੈਠਾ ਆ। ਸੋ ਬੇਸ਼ੱਕ ਅਸੀਂ ਉਹਨਾਂ ਦੇ ਕੋਲ ਨਹੀਂ ਬੈਠੇ, ਪਰ ਇੱਕ ਮਾਨਸਿਕ ਤੌਰ ਦੇ ਉੱਤੇ ਕੋਈ ਨਾ ਕੋਈ ਉਹਨਾਂ ਦਾ ਜ਼ਰੂਰ ਅਸੀਂ ਬੈਠੇ ਆ ਉਹਨਾਂ ਦੇ ਨਾਲ। ਇਹੀ ਕਾਰਨ ਹੈ ਕਿ ਪਹਿਲੇ ਦਿਨ ਤੋਂ ਜਿਹੜੇ ਬਾਹਰਲੇ ਪੰਜਾਬੀ ਆ ਉਹ ਬੜੀ ਸ਼ਿੱਦਤ ਦੇ ਨਾਲ ਜ਼ੋਰ ਲਾ ਰਹੇ ਆ। ਜੋ ਵੀ ਕਿਸੇ ਲਈ ਸੰਭਵ ਹੋ ਰਿਹਾ, ਜੇ ਉਹ ਕਿਸੇ ਨੂੰ ਸਮਝ ਆ ਰਿਹਾ, ਜੇ ਕਿਸੇ ਨੂੰ ਇਹ ਲੱਗਦਾ ਕਿ ਮੇਰਾ ਤਾਂ ਘਰ ਛੱਡ ਕੇ ਖੜਨਾ ਜਿਹੜਾ ਆ ਉਹ ਵੀ ਸਫਲਾ ਤਾਂ ਹੀ ਆ ਵੀ ਜੇ ਕਿਸੇ ਨੂੰ ਪਤਾ ਲੱਗ ਸਕੇ। ਲੋਕੀ ਇਕੱਲੇ ਕਹਿ ਰਹੇ ਜਿਹੜੇ ਆ ਝੰਡੀਆਂ ਲੈ ਕੇ, ਬੋਰਡ ਲੈ ਕੇ ਮੀਂਹ ਵਰਦੇ ਦੇ ਵਿੱਚ ਜਿਹੜੇ ਸੜਕਾਂ 'ਤੇ ਖੜੇ ਆ। ਜੇ ਕਿਸੇ ਨੂੰ ਲੱਗਦਾ ਕਿ ਭੁੱਖ ਹੜਤਾਲ ਕਰਕੇ ਮੈਨੂੰ ਲੱਗਦਾ ਕਿ ਮੈਂ ਇਸ ਕੌਜ਼ ਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ, ਉਹ ਪਾ ਰਿਹਾ। ਜੇ ਕਿਸੇ ਨੂੰ ਲੱਗਦਾ ਕਿ ਮੈਨੂੰ ਪਾਰਲੀਮੈਂਟ ਹਿੱਲ ਦੇ ਉੱਤੇ ਜਾ ਕੇ ਗੱਲ ਕਰਨੀ ਚਾਹੀਦੀ ਆ, ਉੱਥੇ ਜਾ ਰਿਹਾ। ਕਿਸੇ ਨੂੰ ਲੱਗਦਾ ਕਿ ਮੈਨੂੰ ਕਾਰ ਰੈਲੀ ਕੱਢ ਕੇ ਮੈਂ ਲੋਕਾਂ ਦਾ ਧਿਆਨ ਖਿੱਚ ਸਕਦਾ। ਮਤਲਬ ਕੀ ਹੈ ਕਿ ਹਰੇਕ ਦੀ ਆਪੋ ਆਪਣੀ ਸਮਰੱਥਾ, ਆਪੋ ਆਪਣੀ ਸੋਚਣ ਸ਼ਕਤੀ ਆ, ਪਰ ਨਿਸ਼ਾਨਾ ਇੱਕੋ ਹੀ ਆ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਕੁਛ ਕਰਾਂ ਜਿਹਦੇ ਕਰਕੇ ਕਿਸਾਨ ਅੰਦੋਲਨ ਜਿਹੜਾ ਉਹਦੀ ਜਿੱਤ ਹੋ ਜਾਵੇ। ਉਹਦੇ ਵਾਸਤੇ ਕੋਸ਼ਿਸ਼ਾਂ ਜਿਹੜੀਆਂ ਆ ਜੀ ਉਹ ਹੋ ਰਹੀਆਂ ਆ, ਤੇ ਇਹਨਾਂ ਦਾ ਇੱਕ ਦਿਨ ਐਂਡ ਰਿਜ਼ਲਟ ਜਿਹੜਾ ਉਹ ਵਧੀਆ ਨਿਕਲਣਾ ਜੀ। ਜੀ ਬਿਲਕੁਲ, ਔਰ ਉਮੀਦ ਜਿਹੜੀ ਆ ਉਹ ਹਮੇਸ਼ਾ ਚੰਗੇ ਦੀ ਕਰਨੀ ਚਾਹੀਦੀ ਆ। ਪਰ ਇੱਕ ਹੋਰ ਮੈਂ ਯੂਐਨ ਵਾਲੇ ਮਸਲੇ ਤੋਂ ਦੁਬਾਰਾ ਪਹੁੰਚਦਾ, ਕਿਉਂਕਿ ਅਸੀਂ ਦੇਖਦੇ ਹਾਂ ਅਕਸਰ ਹੀ ਕਿ ਜਦੋਂ ਵੀ ਕਿਸੇ ਵੱਲੋਂ, ਕਿਸੇ ਬਾਹਰਲੇ ਮੁਲਕ ਵੱਲੋਂ ਜਾਂ ਬਾਹਰਲੀ ਕੋਈ ਬੋਡੀ ਆਵਾਜ਼ ਚੁੱਕਦੀ ਆ, ਹਾਲਾਂਕਿ ਜਦੋਂ ਲੋੜ ਪੈਂਦੀ ਆ ਫਿਰ ਆਪੇ ਕਈ ਵਾਰੀ ਯੂਰਪੀ ਸੰਘ ਦੇ ਪਤਾ ਵੀ ਨਹੀਂ ਹੁੰਦਾ ਵੀ ਕਿਹੜੇ ਥਾਂ ਦੇ ਐਮਪੀ ਆ, ਉਹ ਲੈ ਕੇ ਘੁਮਾਉਣ ਜਾਂਦੇ, ਦੇਖੋ ਸਭ ਕੁਝ ਠੀਕ ਠਾਕ ਆ। ਪਰ ਜਦੋਂ ਜੋ ਕੋਈ ਗੱਲ ਸਰਕਾਰ ਦੇ ਖਿਲਾਫ ਜਾਂਦੀ ਹੁੰਦੀ ਹੈ ਤਾਂ ਇੱਕੋ ਰਟਿਆ ਰਟਾਇਆ ਜਵਾਬ ਆਉਂਦਾ ਹੈ ਕਿ ਇਹ ਸਾਡਾ ਅੰਦਰੂਨੀ ਮਸਲਾ ਆ ਤੇ ਅਸੀਂ ਜਿਹੜਾ ਵਾ ਕਿਸੇ ਬਾਹਰਲੇ ਬੰਦੇ ਦੀ ਇਹਦੇ ਵਿੱਚ ਦਖਲਅੰਦਾਜ਼ੀ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰਾਂਗੇ। ਸੋ ਕਿ ਯੂਐਨ ਦੇ ਮਾਮਲੇ ਵਿੱਚ ਵੀ ਸੋਤਾ ਸਾਹਿਬ ਇਸ ਤਰੀਕੇ ਦੀ ਬਹਾਨੇਬਾਜ਼ੀ ਚੱਲ ਸਕਦੀ ਆ? ਦੇਖੋ ਜੀ, ਕਹਿਣ ਨੂੰ ਤਾਂ ਕਿਸੇ ਨੂੰ ਵੀ ਕਿਹਾ ਜਾ ਸਕਦਾ ਆ, ਯੂਐਨ ਨੂੰ ਵੀ ਕਈਆਂ ਮਾਮਲਿਆਂ ਵਿੱਚ ਕਹਿ ਦਿੱਤਾ ਜਾਂਦਾ ਆ, ਪਰ ਫਿਰ ਵੀ ਜਿਹੜੀ ਯੂਐਨ ਨੇ ਇੱਕ ਪੰਚਾਇਤ ਚੁਣੀ ਹੋਈ ਆ ਸਾਰਿਆਂ ਮੁਲਕਾਂ ਨੇ, ਉਹਦੇ ਮੈਂਬਰ ਜਿਹੜੇ ਬਣੇ ਹੋਏ ਆ, ਉਹਦੀਆਂ ਜਿਹੜੀਆਂ ਧਾਰਾਵਾਂ ਨੇ, ਜਿਹੜੇ ਉਹਦੇ ਆਦੇਸ਼ ਨੇ, ਉਹ ਮੰਨਣ ਦੇ ਵਾਸਤੇ ਪਾਬੰਦ ਹੈਗੇ ਆ। ਬਾਕੀ ਜਿਹੜਾ ਸਮਾਂ ਆ ਗਿਆ, ਕਦੀ ਇਹ ਸੋਚਿਆ ਸੀਗਾ ਕਿ ਔਰਤਾਂ ਜੇ ਮੰਨ ਲਓ ਕਿਸਾਨ ਅੰਦੋਲਨ ਲਈ ਆਵਾਜ਼ ਚੱਕਣਗੀਆਂ ਤਾਂ ਉਹਨਾਂ ਨੂੰ ਗੰਦੀਆਂ ਗੱਲਾਂ ਸੁਣਨੀਆਂ ਮਿਲਣਗੀਆਂ, ਉਹਨਾਂ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਹੋਊਗੀ, ਉਹਨਾਂ ਨੂੰ ਖਾਲਿਸਤਾਨੀ ਪਾਕਿਸਤਾਨੀ ਬਣਾ ਦਿੱਤਾ ਜਾਊਗਾ। ਰਿਹਾਨਾ ਵਰਗੇ ਜਿਹਨਾਂ ਨੇ ਕਦੀ ਸ਼ਾਇਦ ਨਾਮ ਨਾ ਸੁਣਿਆ ਹੋਵੇ ਵੀ ਖਾਲਿਸਤਾਨ ਕੀ ਚੀਜ਼ ਆ, ਉਹਨਾਂ ਨੂੰ ਇਹ ਕਹਿ ਦਿੱਤਾ ਜਾਊਗਾ ਕਿ ਇਹਨਾਂ ਨੂੰ $2.5 ਮਿਲੀਅਨ ਜਿਹੜਾ ਦਿੱਤਾ ਗਿਆ ਸਰੀ ਤੋਂ, ਤਾਂ ਇਹ ਟਵੀਟ ਕਰ ਰਹੀ ਆ। ਸੋ ਬਹੁਤ ਅਨੋਖੀਆਂ ਗੱਲਾਂ ਜਿਹੜੀਆਂ ਹੋ ਰਹੀਆਂ। ਕਹਿਣ ਨੂੰ ਤਾਂ ਕੁਛ ਵੀ ਜਿਹੜੇ ਇੰਡੀਆ ਵਾਲੇ ਉਹ ਕਹਿ ਸਕਦੇ ਆ ਕਿ ਹਾਂ ਜਿਹੜਾ ਯੂਐਨ ਹੈ ਇਹ ਵੀ ਖਾਲਿਸਤਾਨੀਆਂ ਕੋਲੋਂ ਵਿਕ ਗਿਆ ਜੇ ਕੱਲ੍ਹ ਨੂੰ ਯੂਐਨ ਜਿਹੜਾ ਆ ਬੋਲ ਪਵੇ ਤਾਂ। ਪਰ ਗੱਲ ਹੈਗੀ ਆ ਕਿ ਅਸੀਂ ਇਸ ਕਰਕੇ ਹਟ ਨਹੀਂ ਸਕਦੇ, ਸਾਨੂੰ ਜ਼ਰੂਰ ਜਿਹੜਾ ਬੋਲਣਾ ਪਊਗਾ, ਕਿਉਂਕਿ ਹਿਟਲਰ ਵੀ ਤਾਂ ਇਹੀ ਕਹਿੰਦਾ ਸੀਗਾ ਕਿ ਯਹੂਦੀ ਮੈਂ ਮਾਰ ਰਿਹਾ ਆ, ਇਹ ਮੇਰਾ ਅੰਦਰੂਨੀ ਮਸਲਾ ਆ। ਮਿਆਂਮਾਰ ਦੇ ਵਿੱਚ ਜਿਹੜੇ ਰੋਹਿੰਗਿਆ ਮੁਸਲਮਾਨ ਕਤਲ ਕੀਤੇ ਜਾ ਰਹੇ ਆ, ਉਹ ਵੀ ਇਹੀ ਫੌਜ ਕਹਿ ਰਹੀ ਆ ਕਿ ਸਾਡਾ ਅੰਦਰੂਨੀ ਮਸਲਾ ਆ। ਚੀਨ ਜਿਹੜਾ ਉਈਗਰ ਮੁਸਲਮਾਨਾਂ ਦਾ ਕਤਲ ਕਰ ਰਿਹਾ ਆ, ਉਹਦੇ ਵਿੱਚ ਵੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਮੇਰਾ ਅੰਦਰੂਨੀ ਮਸਲਾ ਆ। ਜਦੋਂ ਕਿਸੇ ਦਾ ਕਤਲੇਆਮ ਹੋਵੇ, ਜਦੋਂ ਕਿਸੇ ਦੀ ਨਸਲਕੁਸ਼ੀ ਹੋਵੇ, ਜਦੋਂ ਕਿਸੇ ਨਾਲ ਧੱਕੇਸ਼ਾਹੀ ਹੋਵੇ, ਉਹ ਫਿਰ ਅੰਦਰੂਨੀ ਮਸਲੇ ਨਹੀਂ ਰਹਿੰਦੇ। ਦੁਨੀਆ ਜਿਹੜੀ ਆ ਉਹਨਾਂ ਦੀ ਗੱਲ ਕਰਦੀ ਆ, ਤੇ ਆਪਾਂ ਦੇਖਿਆ ਕਿ ਸਦਾਮ ਹੁਸੈਨ ਦੀ ਉਦਾਹਰਨ, ਗਦਾਫੀ ਉਹਨਾਂ ਦੀ ਉਦਾਹਰਨ ਸਾਹਮਣੇ ਹੈਗੀ ਆ। ਜਦੋਂ ਦੁਨੀਆ ਇੱਕ ਪਾਸੇ ਹੋ ਜਾਵੇ ਫਿਰ ਕੋਈ ਅੰਦਰੂਨੀ ਮਸਲਾ ਰਹਿੰਦਾ ਨਹੀਂ ਕਿਸੇ ਦਾ। ਜੀ ਬਿਲਕੁਲ, ਔਰ ਅਖੀਰ ਵਿੱਚ ਸੋਤਾ ਸਾਹਿਬ ਇਸ ਜਿਹੜੀ ਨਵੀਂ ਮੁਹਿੰਮ ਸ਼ੁਰੂ ਕੀਤੀ ਇਹਨੂੰ ਲੈ ਕੇ ਤੇ ਅੰਦੋਲਨ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ? ਦੇਖੋ, ਅੰਦੋਲਨ ਜਿਹੜਾ ਬੜੀ ਚੜ੍ਹਦੀ ਕਲਾ ਦੇ ਵਿੱਚ ਆ, ਤਰਾ ਚੜ੍ਹਾਅ ਆਉਂਦੇ ਰਹਿੰਦੇ ਆ।
ਕੁਝ ਲੋਕਾਂ ਦੀਆਂ ਗਲਤੀਆਂ, ਕੁਝ ਕਿਸਾਨ ਆਗੂਆਂ ਦੀਆਂ ਗਲਤੀਆਂ ਕਰਕੇ ਥੋੜ੍ਹੀ ਜਿਹੀ ਨਿਰਾਸ਼ਾ ਹੋਈ ਸੀ, ਪਰ ਫਿਰ ਦੁਬਾਰਾ ਜਿਹੜਾ ਆ ਅੰਦੋਲਨ ਲੀਹ ਦੇ ਉੱਤੇ ਜਿਹੜਾ ਤੁਰਿਆ ਆ। ਆਸਾਂ ਆ ਕਿ ਇਹ ਕਿਤੇ ਨਾ ਕਿਤੇ ਆਪਣੀ ਮੰਜ਼ਿਲ ਦੇ ਉੱਤੇ ਜ਼ਰੂਰ ਪਹੁੰਚੂਗਾ। ਦੁਨੀਆ ਪੱਧਰ ਦੇ ਉੱਤੇ ਜਿਹੜੇ ਲੋਕ ਇਹਦੇ ਨਾਲ ਜੁੜ ਰਹੇ ਆ, ਇਹਦੇ ਬਹੁਤ ਸਾਰੇ ਫਾਇਦੇ ਆਲਰੇਡੀ ਹੋ ਚੁੱਕੇ ਆ, ਅਗਾਂਹ ਵੀ ਜਿਹੜੇ ਇਹਦੇ ਫਾਇਦੇ ਆ ਉਹ ਹੋਣੇ ਆ। ਬਾਕੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹੁੰਦਾ ਕਿ ਤੁਹਾਡੇ ਹੱਥ ਵਿੱਚ ਜੋ ਹੈਗਾ ਤੁਸੀਂ ਕਰ ਸਕਦੇ ਆ। ਤੁਸੀਂ ਚਿੱਠੀ ਲਿਖ ਸਕਦੇ ਆ, ਤੁਸੀਂ ਕਿਤੇ ਝੰਡੀ ਲੈ ਕੇ ਖੜ ਸਕਦੇ ਆ, ਤੁਸੀਂ ਕਿਤੇ ਬੋਲ ਸਕਦੇ ਹੋ, ਜ਼ਰੂਰ ਕਰੋ, ਤਾਂ ਕਿ ਕੱਲ੍ਹ ਨੂੰ ਮਨ ਵਿੱਚ ਇਹ ਗੱਲ ਨਾ ਰਹਿ ਜਾਵੇ ਵੀ ਜੇ ਮੈਂ ਉਦੋਂ ਇੱਦਾਂ ਕਰ ਲੈਂਦਾ ਤਾਂ ਸ਼ਾਇਦ ਮੋਰਚਾ ਜਿਹੜਾ ਉਹ ਫਤਿਹ ਹੋ ਜਾਂਦਾ। ਇਹ ਗੱਲ ਦਿਲ 'ਚ ਨਾ ਰੱਖਿਓ, ਜੋ ਕੁਛ ਕਰ ਸਕਦੇ ਆ, ਜੋ ਜ਼ੋਰ ਲਾ ਸਕਦੇ ਆ, ਹੁਣੇ ਵੇਲਾ ਆ, ਲਾ ਦੇਈਏ ਤੇ ਵੱਧ ਤੋਂ ਵੱਧ ਚਿੱਠੀਆਂ ਜਿਹੜੀਆਂ ਹਿਊਮਨ ਰਾਈਟਸ ਨੂੰ ਕੌਂਸਲ ਨੂੰ ਜਿਹੜੀ ਆ ਯੂਨਾਈਟਿਡ ਨੇਸ਼ਨਸ ਉਹਨਾਂ ਨੂੰ ਲਿਖੀਏ, ਤਾਂ ਕਿ ਉਹਨਾਂ ਦੇ ਉੱਤੇ ਦਬਾਅ ਬਣੇ, ਉਹ ਭਾਰਤ ਸਰਕਾਰ ਨੂੰ ਕਹਿਣ ਤੇ ਜਿਹੜਾ ਉੱਥੇ ਧੱਕੇਸ਼ਾਹੀ ਹੋਣ ਤੋਂ ਬਚਾਅ ਹੋ ਜਾਵੇ। ਜੀ ਬਿਲਕੁਲ ਸੋਤਾ ਸਾਹਿਬ, ਬਿਲਕੁਲ ਇਸ ਗੱਲ ਨਾਲ ਮੇਰੇ ਖਿਆਲ ਨਾਲ ਬਹੁਤੇ ਲੋਕ ਸਹਿਮਤ ਹੋਣਗੇ ਕਿ ਇਹੀ ਵੇਲਾ ਹੈ ਕੁਝ ਕਰਨ ਦਾ। ਸੋ ਬਹੁਤ ਬਹੁਤ ਧੰਨਵਾਦ ਸੋਤਾ ਸਾਹਿਬ ਸਮਾਂ ਕੱਢਣ ਲਈ ਤੇ ਇਸ ਸੰਬੰਧੀ ਜਾਣਕਾਰੀ ਦੇਣ ਲਈ। ਧੰਨਵਾਦ ਜੀ, ਇੱਕ ਵਾਰੀ ਤੁਹਾਨੂੰ ਫਿਰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸੋ ਇਹ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਸੋਤਾ ਹੋਣੀ, ਜੋ ਜਾਣਕਾਰੀ ਦੇ ਰਿਹਾ ਸੀ ਕਿ ਇਸ ਵਕਤ ਕੈਨੇਡਾ ਦੀ ਧਰਤੀ ਤੋਂ ਇੱਕ ਹੋਰ ਮੁਹਿੰਮ ਚਲਾਈ ਜਾ ਰਹੀ ਆ ਤਾਂ ਕਿ UN ਤੱਕ ਜਿਹੜੀ ਆ ਸਾਰੀ ਸਥਿਤੀ ਤੋਂ ਉਹਨੂੰ ਜਾਣੂ ਕਰਵਾਇਆ ਜਾਵੇ। ਹਾਲਾਂਕਿ ਸਥਿਤੀ ਬਾਰੇ ਪਤਾ ਵੀ ਜ਼ਰੂਰ ਹੋਵੇਗਾ ਕਿਉਂਕਿ ਸਾਰੀ ਦੁਨੀਆ 'ਚ ਚਰਚਾ ਹੋ ਰਹੀ ਆ, ਪਰ ਅਫੀਸ਼ੀਅਲ ਤੌਰ 'ਤੇ ਇੱਕ ਵਾਰੀ ਫਿਰ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤਾਂ ਕਿ ਕੋਈ ਵੀ ਜਿਹੜੀ ਅਣਸੁਖਾਵੀਂ ਘਟਨਾ ਆ ਉਹ ਨਾ ਵਾਪਰੇ। ਸੋ ਇਸ ਤਰੀਕੇ ਦੀਆਂ ਹੋਰ ਖਬਰਾਂ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।